ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਝਾਤ ਦਾ ਲੇਖ ਹੈ। ਜਦੋਂ ਮਨ ਇਕਾਗਰ ਹੋ ਜਾਵੇ। ਜੇ ਬੀਜ ਵਿੱਚ ਇਕਾਗਰਤਾ, ਸਿਦਕ ਤੇ ਸਿਰੜ ਹੋਵੇ ਤਾਂ ਉਹ ਦਰਖਤ ਬਣ ਜਾਂਦਾ ਹੈ। ਜੇ ਤੁਸੀਂ ਇਕਾਗਰ ਮਨ ਨਾਲ ਯਾਤਰਾ ਸ਼ੁਰੂ ਕਰੋ ਤਾਂ ਮੰਜ਼ਿਲ ਤੁਹਾਨੂੰ ਆਪੇ ਖਿੱਚ ਲਵੇਗੀ। ਜਿਵੇਂ ਭਰਿਆ ਹੋਇਆ ਖੂਹ ਲਮਕਦੇ ਡੋਲ ਨੂੰ ਆਪੇ ਖਿੱਚ ਲੈਂਦਾ ਹੈ। ਬੀਜ ਬੀਜਣ ਤੇ ਫਸਲ ਕੱਟਣ ਦੇ ਵਿਚਕਾਰਲਾ ਸਮਾਂ ਦੋ ਢੰਗਾਂ ਨਾਲ ਗੁਜ਼ਾਰਿਆ ਜਾ ਸਕਦਾ ਹੈ, ਸੰਸਿਆਂ ਨਾਲ ਜਾਂ ਡੂੰਘੇ ਵਿਸ਼ਵਾਸ ਨਾਲ। ਜਦੋਂ ਵਿਚਾਰਾਂ ਪ੍ਰਤੀ ਅਸੀਂ ਇਕਾਗਰ ਹੋ ਜਾਂਦੇ ਹਾਂ ਤਾਂ ਉਹ ਵਸਤੂਆਂ ਬਣ ਜਾਂਦੇ ਹਨ। ਜਿਵੇਂ ਦਰਿਆ ਲੱਭਦੇ ਲੱਭਦੇ ਸਾਗਰ ਨੂੰ ਲੱਭ ਲੈਂਦੇ ਹਨ, ਉਵੇਂ ਇਕਾਗਰਤਾ ਉਸਰਦੀ ਨਵੇਂ ਵਿਸ਼ਵਾਸ ਸਿਰਜ ਲੈਂਦੀ ਹੈ ਤੇ ਨਵੀਆਂ ਸੰਭਾਵਨਾਵਾਂ ਜਾਗ ਪੈਂਦੀਆਂ ਹਨ। ਇਹ ਸੱਚ ਹੈ ਕਿ ਅਸੀਂ ਆਪਣੇ ਯੁੱਗ ਦੇ ਗਿਆਨ ਤੇ ਅਗਿਆਨਤਾ ਦੇ ਘੇਰੇ ਤੋਂ ਬਾਹਰ ਨਹੀਂ ਜਾ ਸਕਦੇ, ਪਰ ਵੇਖਿਆ ਜਾਏ ਤਾਂ ਇਸ ਘੇਰੇ ਦੇ ਅੰਦਰ ਵੀ ਸੰਭਾਵਨਾਵਾਂ ਦਾ ਕੋਈ ਅੰਤ ਨਹੀਂ ਹੁੰਦਾ। ਵੇਖਿਆ ਗਿਆ ਕਿ ਜਿਹੋ ਜਿਹੇ ਵਿਚਾਰ ਤੁਹਾਡੇ ਮਨ 'ਚ ਹੁੰਦੇ ਹਨ, ਉਹੋ ਜਿਹੇ ਹੋਰ ਵਿਚਾਰ ਆਪ ਮੁਹਾਰੇ ਝੁਰਮਟ ਪਾ ਲੈਂਦੇ ਹਨ। ਇਸ ਵਰਤਾਰੇ ਨੂੰ ਆਪਣੇ ਲਾਭ ਲਈ ਜਾਂ ਨੁਕਸਾਨ ਲਈ ਜਿਵੇਂ ਤੁਸੀਂ ਚਾਹੋ ਵਰਤ ਸਕਦੇ ਹੋ। ਇਕਾਗਰਤਾ ਤੋਂ ਬਿਨਾਂ ਤਾਂ ਸੂਈ ਵਿੱਚ ਧਾਗਾ ਵੀ ਨਹੀਂ ਪਾਇਆ ਜਾ ਸਕਦਾ। ਕੋਈ ਵੀ ਹੰਢਣਸਾਰ ਤਬਦੀਲੀ ਲਾਪਰਵਾਹੀ ਨਾਲ ਨਹੀਂ ਲਿਆਂਦੀ ਜਾ ਸਕਦੀ। ਜਿੰਨੇ ਸਾਡੇ ਸੰਘਣੇ ਯਤਨ ਹੋਣਗੇ, ਓਨੀ ਸ਼ਕਤੀਸ਼ਾਲੀ ਸਾਡੀ ਪ੍ਰਾਪਤੀ ਹੋਏਗੀ। ਪਿਆਰ ਦਾ ਅਨੁਭਵ ਸਾਨੂੰ ਧਿਆਨ ਕੇਂਦਰਿਤ ਕਰਨ ਦੀ ਵਿਧੀ ਸਿਖਾਉਂਦਾ ਹੈ। ਪਿਆਰ ਦੀ ਘਾਟ ਹੀ ਸਾਨੂੰ ਦੂਜਿਆਂ ਦੀ ਨਿੰਦਾ ਕਰਨ ਲਈ ਪ੍ਰੇਰਦੀ ਹੈ। ਜਿਹੜੇ ਖਿੰਡੇ ਹੋਏ ਮਨ ਨਾਲ ਪਿਆਰ ਕਰਨ ਦਾ ਯਤਨ ਕਰਦੇ ਹਨ, ਉਹ ਟੁੱਟੇ ਹੋਏ ਤਾਰੇ ਵਾਂਗ ਕਿਧਰੇ ਦੇ ਨਹੀਂ ਰਹਿੰਦੇ। ਸਿਆਲੇ ਦੀਆਂ ਉਦਾਸ ਤਰਕਾਲਾਂ ਵਾਂਗ ਉਹ ਇੱਕ ਸੋਗੀ ਵਾਤਾਵਰਨ ਉਪਜਾਉਂਦੇ ਹਨ, ਜਿਸ ਵਿੱਚ ਜ਼ਿੰਦਗੀ ਦੇ ਲਿਸ਼ਕ ਦੇ ਉਤਸ਼ਾਹ ਫਿੱਕੇ ਪੈ ਜਾਂਦੇ ਹਨ। ਕੋਈ ਵੀ ਵਿਅਕਤੀ ਆਪਣੀ ਸੋਚ ਤੋਂ ਦੂਰ ਸੋਚ ਨਹੀਂ ਸਕਦਾ, ਆਪਣੀ ਕਲਪਨਾ ਤੋਂ ਦੂਰ ਪਹੁੰਚ ਨਹੀਂ ਸਕਦਾ, ਆਪਣੇ ਯਤਨ ਤੋਂ ਵਧੇਰੇ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਸੋਚ, ਕਲਪਨਾ ਤੇ ਯਤਨ ਇਕਾਗਰਤਾ ਦੇ ਆਧਾਰ ਹਨ। ਇਕਾਗਰਤਾ ਲਈ ਜ਼ਰੂਰੀ ਹੈ ਕਿ ਸਾਡਾ ਮਨ ਸ਼ਾਂਤ ਹੋਵੇ। ਮਨ ਦੀ ਸ਼ਾਂਤੀ ਲਈ ਜ਼ਰੂਰੀ ਹੈ ਕਿ ਅਸੀਂ ਗਿਲੇ ਸ਼ਿਕਵਿਆਂ ਤੋਂ ਮੁਕਤ ਹੋਈਏ। ਇਹਨਾਂ ਤੋਂ ਮੁਕਤ ਹੋਣ ਲਈ ਜ਼ਰੂਰੀ ਹੈ ਕਿ ਅਸੀਂ ਕਿਸੇ ਤੋਂ ਬਦਲਾ ਲੈਣ ਦੀਆਂ ਜੰਜੀਰਾਂ, ਹੱਥਕੜੀਆਂ ਤੇ ਬੇੜੀਆਂ ਤੋਂ ਖਹਿੜਾ ਛੁਡਾਈਏ। ਬਦਲਾ ਲੈਣ ਵਾਸਤੇ ਉਨੀ ਹਿੰਮਤ ਨਹੀਂ ਚਾਹੀਦੀ ਹੁੰਦੀ ਜਿੰਨੀ ਮਾਫ਼ ਕਰਨ ਵਾਸਤੇ ਲੋੜੀਂਦੀ ਹੈ। ਮਾਫ਼ ਕਰਨਾ ਸਾਡੇ ਆਤਮਿਕ ਪੱਖੋਂ ਜਿਉਂਦੇ ਹੋਣ ਦੀ ਨਿਸ਼ਾਨੀ ਹੁੰਦਾ ਹੈ। ਕਮਜ਼ੋਰ ਆਦਮੀ ਸੋਚਦੇ ਹਨ ਕਿ ਮਾਫ਼ ਕਰਨਾ ਕਮਜ਼ੋਰੀ ਹੈ, ਜਦੋਂ ਕਿ ਸ਼ਕਤੀਸ਼ਾਲੀ ਵਿਅਕਤੀ ਸੋਚਦੇ ਹਨ ਕਿ ਇਖਲਾਕੀ ਤਾਕਤ ਤੋਂ ਬਿਨਾਂ ਮਾਫ਼ ਕਰਨ ਦਾ ਵਿਚਾਰ ਵੀ ਹੀ ਨਹੀਂ ਉਪਜਦਾ। ਮਾਫ਼ ਕਰਨ ਨਾਲ ਸਾਨੂੰ ਆਪਣੇ ਵਿਕਾਸ ਦਾ ਅਗਲੇਰਾ ਪੜਾਅ ਚੁਣਨ ਦੀ ਖੁੱਲ੍ਹ ਮਿਲਦੀ ਹੈ, ਨਹੀਂ ਤਾਂ ਅਸੀਂ ਬਦਲੇ ਦੇ ਟ੍ਰੈਫਿਕ ਜੈਮ 'ਚ ਫਸੇ ਰਹਿੰਦੇ ਹਾਂ। ਜਦੋਂ ਤੁਸੀਂ ਪੂਰੀ ਤਰ੍ਹਾਂ ਇਕਾਗਰ ਹੋ ਜਾਂਦੇ ਹੋ ਤਾਂ ਗੁੱਸਾ, ਨਫ਼ਰਤ, ਲਾਲਸਾ, ਲਾਲਚ ਆਦਿ ਸਾਰੇ ਭਾਵ ਆਪੇ ਝੜ ਜਾਂਦੇ ਹਨ। ਮਾਫ਼ ਕਰਨਾ ਤੇ ਆਪਣੀ ਗਲਤੀ ਦੀ ਮੁਆਫ਼ੀ ਮੰਗਣਾ ਸਾਡੇ ਅੰਦਰਲੇ ਨੂੰ ਰੌਸ਼ਨ ਕਰਦਾ ਹੈ। ਇਕਾਗਰਤਾ ਲਈ ਆਪਣੇ ਮਨ ਨੂੰ ਵਿਰੋਧਾਂ ਤੋਂ ਮੁਕਤ ਕਰਨਾ ਪਏਗਾ। ਸਾਡੀਆਂ ਬਹੁਤੀਆਂ ਸਮੱਸਿਆਵਾਂ ਸਾਡੇ ਗਿਆਨ ਦੀ ਸੀਮਾ ਕਾਰਨ ਉਪਜਦੀਆਂ ਹਨ। ਕੋਈ ਕਿੰਨਾ ਵੀ ਗਿਆਨਵਾਨ ਹੋ ਜਾਏ, ਉਹਦਾ ਗਿਆਨ ਇੱਕ ਸੀਮਾ ਵਿੱਚ ਰਹਿੰਦਾ ਹੈ। ਸੰਸਾਰ ਵਿੱਚ ਅਸੀਮ ਗਿਆਨ ਦਾ ਕੋਈ ਸੰਕਲਪ ਨਹੀਂ। ਕੀ ਗਿਆਨ ਨਾਲ ਕਿਸੇ ਨੂੰ ਪਿਆਰ ਕੀਤਾ ਜਾ ਸਕਦਾ ਹੈ? ਗਿਆਨ ਨਾਲ ਨਫ਼ਰਤ ਤਾਂ ਕੀਤੀ ਜਾ ਸਕਦੀ ਹੈ, ਪਰ ਪਿਆਰ ਨਹੀਂ ਕੀਤਾ ਜਾ ਸਕਦਾ। ਕਾਰਨ ਇਹ ਹੈ ਕਿ ਗਿਆਨ ਸਾਨੂੰ ਨਿਖੇੜਨ ਦੀ ਵਿਧੀ ਸਿਖਾਉਂਦਾ ਹੈ, ਜਦਕਿ ਪਿਆਰ ਜੁੜਨ ਤੇ ਜੋੜਨ ਦਾ ਢੰਗ ਅਪਣਾਉਂਦਾ ਹੈ। ਜਿਹੜਾ ਗਿਆਨ ਤੁਹਾਨੂੰ ਬਦਲਦਾ ਨਹੀਂ, ਉਹ ਗਿਆਨ ਨਹੀਂ। ਜਿਹੜਾ ਗਿਆਨ ਤੁਹਾਡੀਆਂ ਬਿਰਤੀਆਂ ਨੂੰ ਇਕਾਗਰ ਨਹੀਂ ਕਰਦਾ, ਉਹ ਹੋਰ ਕੁਝ ਵੀ ਹੋਵੇ, ਉਸਨੂੰ ਗਿਆਨ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਕੋਈ ਚੀਜ਼ ਧਿਆਨ ਨਾਲ, ਧੀਰਜ ਨਾਲ, ਇਕਾਗਰਤਾ ਨਾਲ ਪ੍ਰਾਪਤ ਹੋਣੀ ਹੁੰਦੀ ਹੈ, ਪਰ ਅਸੀਂ ਗਿਆਨ ਭਰੇ ਯਤਨ ਕਰਨ ਲੱਗ ਪੈਂਦੇ ਹਾਂ। ਉਹ ਯਤਨ ਹੀ ਵਿਘਨ ਬਣ ਜਾਂਦੇ ਹਨ। ਵੇਖਿਆ ਗਿਆ ਕਿ ਕਈ ਵਾਰੀ ਮਦਦ ਕਰਨ ਵਾਲੇ ਹੀ ਮੁਸੀਬਤ ਬਣ ਜਾਂਦੇ ਹਨ। ਕਈ ਵਾਰੀ ਹਾਲ ਪੁੱਛਣ ਵਾਲੇ ਹੀ ਦਰਦ ਵਧਾ ਦਿੰਦੇ ਹਨ। ਕਈ ਵਾਰੀ ਲੱਭਣ ਵਾਲੇ ਗੁਆਚ ਜਾਂਦੇ ਹਨ ਤੇ ਕਈ ਵਾਰੀ ਪੜ੍ਹਾਉਣ ਵਾਲੇ, ਸੇਧ ਦੇਣ ਵਾਲੇ ਹੀ ਭਟਕ ਜਾਂਦੇ ਹਨ। ਜਦੋਂ ਘਰ ਨੂੰ ਅੱਗ ਲੱਗੀ ਹੋਵੇ ਤਾਂ ਸਾਰਾ ਧਿਆਨ ਉਸ ਅੱਗ ਉੱਤੇ ਕੇਂਦਰਿਤ ਹੋ ਜਾਂਦਾ ਹੈ। ਭਾਵੇਂ ਜੁੱਤੀ ਲੱਗਦੀ ਹੋਵੇ, ਉਂਗਲੀ ਦੁਖਦੀ ਹੋਵੇ, ਸਿਰ ਨੰਗਾ ਹੋਵੇ, ਠੰਡ ਲੱਗਦੀ ਹੋਵੇ, ਸਾਡਾ ਸਮੁੱਚਾ ਧਿਆਨ ਉਸ ਅੱਗ ਉੱਤੇ ਕੇਂਦਰਿਤ ਹੁੰਦਾ ਹੈ। ਜੇ ਹੱਥ ਸੜ ਵੀ ਜਾਵੇ
ਤਾਂ ਉਹਦਾ ਵੀ ਕੁਝ ਚਿਰ ਪਿੱਛੋਂ ਪਤਾ ਲੱਗਦਾ ਹੈ। ਮਨ ਜਦੋਂ ਬਹੁਤ ਇਕਾਗਰ ਹੋ ਜਾਂਦਾ ਹੈ ਤਾਂ ਉਹ ਸਾਰੂ ਸੰਕੀਰਨਤਾ ਪੈਦਾ ਹੋ ਜਾਂਦੀ ਹੈ ਅਤੇ ਚਿੱਤ ਦਾ ਆਕਾਸ਼ ਛੋਟਾ ਹੋ ਜਾਂਦਾ ਹੈ। ਸਮੁੱਚਾ ਮਨ ਲੇਜ਼ਰ ਦੀ ਤਰ੍ਹਾਂ ਇੱਕ ਨੁਕਤੇ ਉੱਤੇ ਕੇਂਦਰਿਤ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਜੇਕਰ ਕਿਸੇ ਬਿਮਾਰੀ ਤੋਂ ਤੁਸੀਂ ਪੂਰੇ ਭਰੋਸੇ ਨਾਲ ਠੀਕ ਹੋਣਾ ਚਾਹੋ ਤਾਂ ਅਵਸ਼ ਠੀਕ ਹੋ ਜਾਓਗੇ। ਜਦੋਂ ਮਨ ਬਿਮਾਰੀ ਤੋਂ ਇਨਕਾਰ ਕਰ ਦੇ ਤਾਂ ਸਰੀਰ ਦੀ ਨਹੀਂ ਚੱਲੇਗੀ। ਸਾਡਾ ਸਰੀਰ ਮਨ ਦਾ ਚਲਾਇਆ ਚੱਲਦਾ ਹੈ। ਸਾਡਾ ਸਾਰਾ ਜੀਵਨ ਘਾਟਿਆਂ ਦੇ ਲੇਖੇ ਇਸ ਲਈ ਲੱਗ ਜਾਂਦਾ ਹੈ ਕਿਉਂਕਿ ਸਾਡੇ ਆਲੇ ਦੁਆਲੇ ਜਿੰਨੇ ਲੋਕ ਹਨ ਉਹ ਅਸਲ ਵਿੱਚ ਸਹਿਯੋਗੀ ਹਨ, ਪਰ ਆਪਣੇ ਸਵਾਰਥਾਂ ਕਾਰਨ ਅਸੀਂ ਉਹਨਾਂ ਨੂੰ ਆਪਣੇ ਦੁਸ਼ਮਣ ਬਣਾਇਆ ਹੋਇਆ। ਜਦੋਂ ਮਨ ਸ਼ਕਤੀ ਲਈ ਤੰਗੇਗਾ ਉਹ ਸ਼ਾਂਤੀ ਲਈ ਵੀ ਤੰਗੇਗਾ। ਇਕਾਗਰਤਾ ਦਾ ਅਰਥ ਆਪਣੇ ਸਾਰੇ ਧਿਆਨ ਨੂੰ ਕਿਸੇ ਇੱਛਾ, ਵਸਤੂ ਜਾਂ ਵਿਅਕਤੀ ਉੱਤੇ ਉਦੋਂ ਤੱਕ ਕੇਂਦਰਿਤ ਕਰਨਾ ਹੈ ਜਦੋਂ ਤੱਕ ਉਸਦੀ ਪੂਰਤੀ ਅਤੇ ਪ੍ਰਾਪਤੀ ਲਈ ਢੰਗ ਤੇ ਸਾਧਨ ਪ੍ਰਾਪਤ ਨਹੀਂ ਹੋ ਜਾਂਦੇ। ਸਾਡੇ ਝੁਕਾਅ ਅਤੇ ਸਾਡੇ ਪੱਖਪਾਤ ਸਾਡੇ ਮਨ ਨੂੰ ਸੇਧ ਦਿੰਦੇ ਹਨ। ਇਹ ਝੁਕਾਅ ਸਾਡੀਆਂ ਆਦਤਾਂ ਨੂੰ ਨਿਰਧਾਰਿਤ ਕਰਦੇ ਹਨ। ਦੁਹਰਾਓ ਆਦਤ ਦੀ ਬੁਨਿਆਦ ਹੈ। ਆਦਤ ਕਿਸੇ ਅਮਲ ਨੂੰ ਮੁੜ ਦੁਹਰਾਉਣ ਵਿੱਚੋਂ ਉਪਜਦੀ ਹੈ। ਹਰ ਵਾਰੀ ਇੱਕ ਧਾਗਾ ਜੋੜਨ ਨਾਲ ਜਿਵੇਂ ਇੱਕ ਰੱਸੀ ਬਣ ਜਾਂਦੀ ਹੈ, ਇਵੇਂ ਹਰ ਦੁਹਰਾਓ ਨਾਲ ਆਦਤ ਪੱਕੀ ਹੁੰਦੀ ਜਾਂਦੀ ਹੈ। ਤੈਅ ਹੋਇਆ ਕਾਗਜ਼ ਖੋਲ੍ਹਣ ਉਪਰੰਤ ਫਿਰ ਉਵੇਂ ਤੈਅ ਕੀਤਾ ਜਾਂਦਾ ਹੈ ਕਿਉਂਕਿ ਇਹ ਸੌਖਾ ਹੁੰਦਾ ਹੈ। ਕਿਸੇ ਪਗਡੰਡੀ ਉੱਤੇ ਬਹੁਤ ਸਾਰੇ ਲੋਕ ਮੁੜ ਚੱਲਣ ਤੋਂ ਵਕਤ ਦੇ ਬੀਤਣ ਨਾਲ ਜਰਨੈਲੀ ਸੜਕ ਬਣ ਜਾਂਦੀ ਹੈ। ਕਿਸੇ ਸਾਜ਼, ਕਲਮ, ਮੰਜੇ, ਕੁਰਸੀ, ਸਰਾਣੇ, ਜੁੱਤੀ ਆਦਿ ਨੂੰ ਅਸੀਂ ਮੁੜ ਇੱਕੋ ਢੰਗ ਨਾਲ ਵਰਤਦੇ ਹਾਂ ਅਤੇ ਇਹ ਚੀਜ਼ਾਂ ਸਾਡੇ ਹੱਥਾਂ, ਪੈਰਾਂ ਅਤੇ ਸਰੀਰ ਅਨੁਸਾਰ ਢਲ ਜਾਂਦੀਆਂ ਹਨ ਅਤੇ ਸਾਡੇ ਸਰੀਰ ਨੂੰ ਉਹਨਾਂ ਨੂੰ ਖਾਸ ਢੰਗ ਨਾਲ ਵਰਤਣ ਦੀ ਆਦਤ ਪੈ ਜਾਂਦੀ ਹੈ। ਇਵੇਂ ਹੀ ਨਦੀਆਂ ਅਤੇ ਦਰਿਆ ਜਿਉਂ-ਜਿਉਂ ਰਾਹ ਬਣਾਉਂਦੇ ਹਨ ਉਹਨਾਂ ਅਨੁਸਾਰ ਉਹਨਾਂ ਵਿੱਚ ਵਹਿਣ ਦੀ ਆਦਤ ਬਣ ਜਾਂਦੀ ਹੈ। ਮਨ ਨੂੰ ਵੀ ਆਦਤ ਪਾਉਣ ਦੀ ਲੋੜ ਪੈਂਦੀ ਹੈ। ਅਜੋਕੇ ਯੁੱਗ ਵਿੱਚ ਮਨ ਨੂੰ ਭਟਕਾਉਣ ਤੇ ਖਿੰਡਾਉਣ ਵਾਲੇ ਕਰੋੜਾਂ ਸਾਧਨ ਹਨ, ਪਰ ਮਨ ਨੂੰ ਟਿਕਾਉਣ ਵਾਲੇ ਸਾਧਨਾਂ ਦੀ ਗਿਣਤੀ ਨਿਰੰਤਰ ਘਟ ਰਹੀ ਹੈ ਅਤੇ ਨਤੀਜੇ ਵਸ ਸਾਡੇ ਜੀਵਨ ਵਿੱਚ ਅਵਾਰਗੀ ਵੱਧ ਰਹੀ ਹੈ ਅਤੇ ਨਤੀਜਾ ਇਹ ਹੋਇਆ ਕਿ ਹੁਣ ਪੁੱਤਰ ਪਿਓ ਤੋਂ ਨਹੀਂ ਡਰਦੇ, ਪਿਓ ਪੁੱਤਰਾਂ ਤੋਂ ਡਰਦੇ ਹਨ। ਮੋੜ ਘੋੜ ਵਾਲੇ ਰਾਹ ਉੱਤੇ ਸਿੱਧਾ ਨਹੀਂ ਟੁਰਿਆ ਜਾ ਸਕਦਾ। ਜਦੋਂ ਰਾਹ ਸਿੱਧੇ ਹੋ ਜਾਣ ਤਾਂ ਮੋੜ ਘੋੜ ਆਪ ਮੁਹਾਰੇ ਤਿਆਗੇ ਜਾਂਦੇ ਹਨ। ਕਿਸੇ ਵਿਸ਼ੇਸ਼ ਦਿਸ਼ਾ ਵਿੱਚ ਅਸੀਂ ਵਧੇਰੇ ਸੌਖ ਨਾਲ ਸਫ਼ਰ ਕਰਦੇ ਹਾਂ ਜਦੋਂ ਕਿ ਕਿਸੇ ਹੋਰ ਪਾਸੇ ਜਾਣਾ ਕਠਿਨ ਪ੍ਰਤੀਤ ਹੁੰਦਾ ਹੈ। ਦੂਜਿਆਂ ਦੇ ਬਣਾਏ ਰਾਹ 'ਤੇ ਚੱਲ ਕੇ ਢੰਗ ਅਪਣਾ ਕੇ ਤੁਸੀਂ ਦੂਜਿਆਂ ਦੇ ਨਿਸ਼ਾਨੇ 'ਤੇ ਪਹੁੰਚੋਗੇ, ਆਪਣੇ ਨਿਸ਼ਾਨੇ 'ਤੇ ਨਹੀਂ। ਜਦੋਂ ਤੁਸੀਂ ਨਵਾਂ ਰਾਹ ਅਪਣਾਓਗੇ ਤਾਂ ਮਨ ਖਿੰਡੇਗਾ, ਜਾਣੀਆਂ ਪਛਾਣੀਆਂ ਰਾਹਾਂ ਵੱਲ ਦੌੜੇਗਾ, ਸੌਖੇ ਢੰਗਾਂ ਵੱਲ ਪਸੀਜੇਗਾ। ਤੁਹਾਡਾ ਆਪਣਾ ਮਨ ਹੀ ਤੁਹਾਡਾ ਵਿਰੋਧ ਕਰੇਗਾ, ਤੁਹਾਡਾ ਸਾਰਾ ਸਰੀਰ ਬਗਾਵਤ ਕਰੇਗਾ, ਤੁਹਾਡੇ ਆਪਣੇ ਸਕੇ ਸੰਬੰਧੀ ਹੀ ਤੁਹਾਡੀ ਵਿਰੋਧਤਾ ਕਰਨਗੇ। ਇਹਨਾਂ ਸਾਰੇ ਵਿਰੋਧਾਂ ਦਾ ਟਾਕਰਾ ਕਰਨ ਲਈ ਮਨ ਦੀ ਇਕਾਗਰਤਾ ਦੀ ਲੋੜ ਪਏਗੀ। ਇਕਾਗਰ ਮਨ ਸਭ ਵਿਰੋਧਾਂ ਨੂੰ ਸਹਿ ਲੈਂਦਾ ਹੈ। ਸਾਡਾ ਆਲਾ ਦੁਆਲਾ ਸਾਡੀ ਸੋਚ ਤੇ ਸਾਡੇ ਵਿਹਾਰ ਨੂੰ ਪ੍ਰਭਾਵਿਤ ਕਰਦਾ ਹੈ। ਤੁਹਾਨੂੰ ਕਿਧਰੇ ਵੀ ਆਪਣੀ ਇੱਛਾ ਦੇ ਅਨੁਸਾਰ ਹੀ ਆਲਾ ਦੁਆਲਾ ਨਹੀਂ ਮਿਲੇਗਾ। ਆਪਣਾ ਆਲਾ ਦੁਆਲਾ ਅਸੀਂ ਆਪ ਨਿਰਧਾਰਿਤ ਕਰਦੇ ਹਾਂ। ਲੋੜ ਪੈਣ ਉੱਤੇ ਉਸ ਨੂੰ ਬਦਲਣਾ ਵੀ ਹੈ, ਲੋੜ ਪੈਣ ਉੱਤੇ ਆਪ ਵੀ ਬਦਲਣਾ ਪਏਗਾ। ਸਾਡਾ ਘਰ ਕਿਹੋ ਜਿਹਾ ਵੀ ਕਿਉਂ ਨਾ ਹੋਵੇ, ਕੋਈ ਕੋਨਾ ਆਪਣੀ ਲੋੜ ਅਨੁਸਾਰ ਅਸੀਂ ਸਿਰਜ ਸਕਦੇ ਹਾਂ। ਇਸ ਕੋਨੇ ਵਿੱਚ ਸਾਨੂੰ ਸਾਹ ਹੀ ਸੌਖਾ ਨਹੀਂ ਆਏਗਾ, ਇੱਥੇ ਅਸੀਂ ਟਿਕ ਕੇ ਬੈਠ ਵੀ ਸਕਾਂਗੇ। ਕੋਈ ਵੀ ਕੰਮ ਸ਼ੁਰੂ ਕਰਨ ਲਈ ਸਾਨੂੰ ਅੱਧਾ ਘੰਟਾ ਚਾਹੀਦਾ ਹੁੰਦਾ ਹੈ। ਅੱਧੇ ਘੰਟੇ ਉਪਰੰਤ ਹੀ ਅਸੀਂ ਉਸ ਕੰਮ ਨਾਲ ਇਕਸੁਰ ਹੁੰਦੇ ਹਾਂ। ਅਜੋਕੇ ਯੁੱਗ ਵਿੱਚ ਧਿਆਨ ਖਿੰਡਾਉਣ ਦੇ ਸਾਧਨ ਇੰਨੇ ਹਨ ਕਿ ਅਸੀਂ ਇਮਤਿਹਾਨ ਤਾਂ ਪਾਸ ਕਰ ਲੈਂਦੇ ਹਾਂ, ਪਰ ਯਥਾਰਥ ਇਹ ਹੈ ਕਿ ਅਸੀਂ ਪੜ੍ਹਨਾ ਸ਼ੁਰੂ ਵੀ ਨਹੀਂ ਕੀਤਾ ਹੁੰਦਾ। ਜਿਨ੍ਹਾਂ ਲੋਕਾਂ ਨੂੰ ਤੁਸੀਂ ਰੋਜ਼ ਮਿਲਦੇ ਹੋ ਉਹ ਜਾਂ ਤਾਂ ਤੁਹਾਡੇ ਵਿਕਾਸ ਵਿੱਚ ਦਿਲਚਸਪੀ ਰੱਖਣ ਵਾਲੇ ਹੋਣਗੇ ਜਾਂ ਤੁਹਾਨੂੰ ਡੇਗ ਕੇ ਆਪਣੇ ਬਰਾਬਰ ਲਿਆਉਣ ਦਾ ਯਤਨ ਕਰਨ ਵਾਲੇ ਹੋਣਗੇ। ਇਹ ਚੋਣ ਵੀ ਤੁਸੀਂ ਆਪਣੇ ਉਦੇਸ਼ਾਂ ਅਧੀਨ ਕਰਨੀ ਹੈ। ਕਈ ਵਿਅਕਤੀ ਬੜੇ ਉਤਸ਼ਾਹੀ ਹੁੰਦੇ ਹਨ। ਉਹ ਜਿੱਥੇ ਜਾਂਦੇ ਹਨ ਜ਼ਿੰਦਗੀ ਦੀ ਰੌਣਕ ਉਹਨਾਂ ਦੇ ਨਾਲ ਚੱਲਦੀ ਹੈ। ਕਈ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਗੋਡੇ ਅਤੇ ਮੋਢੇ ਦੋਵੇਂ ਬੈਠੇ ਹੁੰਦੇ ਹਨ।
ਉਹ ਜਿੱਥੇ ਜਾਂਦੇ ਹਨ ਉੱਥੇ ਹੀ ਸੋਗ ਵਰਤ ਜਾਂਦਾ ਹੈ। ਅੰਤਿਮ ਰੂਪ ਵਿੱਚ ਜਿਹੋ ਜਿਹੇ ਤੁਸੀਂ ਹੋਵੋਗੇ ਉਹੋ ਜਿਹੇ ਹੋਰ ਲੋਕ ਤੁਹਾਡੇ ਵੱਲ ਖਿੱਚੇ ਜਾਣਗੇ। ਮਨ ਨੂੰ ਇਕਾਗਰ ਕਰਨ ਵਿੱਚ ਪੁਸਤਕਾਂ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਆਪਣੇ ਉਦੇਸ਼ਾਂ ਨਾਲ ਸੰਬੰਧਿਤ ਪੁਸਤਕਾਂ ਪੜ੍ਹ ਕੇ ਨਾ ਕੇਵਲ ਸਾਡੇ ਉਦੇਸ਼ ਨਿਖਰਦੇ ਹਨ, ਸਗੋਂ ਸਾਨੂੰ ਸ਼ਕਤੀ ਵੀ ਮਿਲਦੀ ਹੈ। ਜ਼ਿੰਦਗੀ ਪ੍ਰਤੀ ਆਸ਼ਾਵਾਦੀ ਦ੍ਰਿਸ਼ਟੀਕੋਣ ਤੇ ਘਰ ਵਿਚਲਾ ਹਾਂ ਪੱਖੀ ਵਾਤਾਵਰਣ ਤੁਹਾਡੇ ਪੈਰਾਂ ਨੂੰ ਪਰ ਲਾ ਦੇਵੇਗਾ। ਕਹਿੰਦੇ ਹਨ, ਗੁਣ ਦੁਸ਼ਮਣ ਦੇ ਵੀ ਹੋਣ ਅਪਣਾ ਲਓ ਤੇ ਔਗੁਣ ਭਾਵੇਂ ਗੁਰੂ ਦੇ ਵੀ ਹੋਣ ਤਿਆਗ ਦਿਓ। ਵੇਖਿਆ ਗਿਆ ਕਿ ਸੰਸਾਰ ਵਿੱਚ ਕਿਸੇ ਵੀ ਥਾਂ ਉੱਥੋਂ ਦੇ ਆਦਿਵਾਸੀਆਂ ਨੇ ਕੁਝ ਨਹੀਂ ਕੀਤਾ। ਜਿਹੜੀਆਂ ਤਬਦੀਲੀਆਂ ਉੱਥੇ ਵਾਪਰੀਆਂ ਉਹ ਉੱਥੋਂ ਬਾਹਰ ਆਉਣ ਵਾਲਿਆਂ ਨੇ ਹੀ ਲਿਆਂਦੀਆਂ। ਸਾਡੇ ਵਿੱਚ ਤਬਦੀਲੀਆਂ ਨਵੇਂ ਵਿਚਾਰਾਂ ਨਾਲ ਹੀ ਵਾਪਰਨਗੀਆਂ। ਸੰਸਾਰ ਦੇ ਇਤਿਹਾਸ ਵਿੱਚ ਉਹਨਾਂ ਸਮਿਆਂ ਵਿੱਚ ਹੀ ਵਿਕਾਸ ਵਾਪਰਿਆ ਹੈ ਜਦੋਂ ਨਵੇਂ ਵਿਚਾਰਾਂ ਨੂੰ ਪ੍ਰਗਟਾਉਣ ਤੇ ਅਪਣਾਉਣ ਦੀ ਖੁੱਲ੍ਹ ਮਿਲੀ ਹੈ। ਸਮੁੰਦਰ ਵਿੱਚ ਸਾਰੇ ਦਰਿਆਵਾਂ ਨੂੰ ਅਪਣਾਉਣ ਦੀ ਅਮੀਰੀ ਹੈ। ਇਕਾਗਰਤਾ ਅਸਲ ਵਿੱਚ ਸੋਚਣ ਤੇ ਅਮਲ ਕਰਨ ਦੀ ਉਹ ਵਿਧੀ ਹੈ ਜਿਹੜੀ ਤੁਹਾਡੀ ਸਮੁੱਚੀ ਸ਼ਖਸੀਅਤ ਨਾਲ ਇਕਸੁਰ ਹੋਵੇ। ਨਵੇਂ ਵਿਚਾਰਾਂ ਵੱਲ ਪਿੱਠ ਕਰਕੇ ਅਸੀਂ ਆਪਣਾ ਹੀ ਨੁਕਸਾਨ ਕਰਦੇ ਹਾਂ। ਇਕਾਗਰਤਾ ਦਾ ਉਦੇਸ਼ ਸ਼ੁਭ ਹੋਣਾ ਚਾਹੀਦਾ ਹੈ, ਤਾਂ ਹੀ ਉਹ ਸੰਭਵ ਤੇ ਸ਼ਕਤੀਸ਼ਾਲੀ ਹੋਏਗੀ। ਉੱਚਾ ਆਦਰਸ਼ ਸਾਡੇ ਨਿਸ਼ਾਨੇ ਵਿੱਚੋਂ ਖੋਟ ਦੂਰ ਕਰਦਾ ਹੈ। ਮਨੁੱਖ ਨੇ ਜੋ ਕੁਝ ਸਿਰਜਿਆ ਉਹ ਪਹਿਲਾਂ ਉਸਦੀ ਕਲਪਨਾ ਵਿੱਚ ਸਿਰਜਿਆ ਗਿਆ ਹੈ, ਫਿਰ ਇਕਾਗਰ ਯਤਨਾਂ ਨਾਲ ਉਸਨੂੰ ਅਸਲੀਅਤ ਵਿੱਚ ਬਦਲਿਆ ਗਿਆ ਤੇ ਉਸ ਤੋਂ ਸਮੁੱਚੀ ਮਾਨਵ ਜਾਤੀ ਨੇ ਲਾਭ ਉਠਾਇਆ। ਤੁਸੀਂ ਆਪਣਾ ਵਿਕਾਸ ਕਰੋ, ਤੁਹਾਡੇ ਵਿਕਾਸ ਵਿੱਚ ਹੀ ਸਮਾਜ ਦਾ ਵਿਕਾਸ ਲੁਕਿਆ ਹੋਇਆ ਹੈ। ਅੰਤਲੇ ਰੂਪ ਵਿੱਚ ਤੁਸੀਂ ਹੀ ਸਫਲ ਜਾਂ ਅਸਫਲ ਹੋਵੋਗੇ। ਕਿਸੇ ਦੂਜੇ ਨੂੰ ਆਪਣੀ ਅਸਫਲਤਾ ਦਾ ਦੋਸ਼ ਦੇਣਾ ਆਪਣੇ ਸਵੈ ਵਿਸ਼ਵਾਸ ਦੀ ਘਾਟ ਦਾ ਪ੍ਰਗਟਾਵਾ ਹੁੰਦਾ ਹੈ। ਸਿਰ ਦਰਦ ਵਾਂਗ ਹਾਰ ਵੀ ਇਸ ਗੱਲ ਦਾ ਸੰਕੇਤ ਹੁੰਦੀ ਹੈ ਕਿ ਕੋਈ ਅਣਗਹਿਲੀ ਜਾਂ ਗਲਤੀ ਹੋਈ ਹੈ। ਜਦੋਂ ਕਿਸੇ ਸਮੱਸਿਆ ਉੱਤੇ ਮਨ ਦੀ ਸਾਰੀ ਸ਼ਕਤੀ ਕੇਂਦਰਿਤ ਹੋ ਜਾਏ ਤਾਂ ਉਹ ਸਮੱਸਿਆ ਢਿੱਲੀ ਪੈ ਜਾਂਦੀ ਹੈ। ਜੇ ਕੋਈ ਸਮੱਸਿਆ ਹੱਲ ਨਹੀਂ ਹੋ ਰਹੀ, ਕੋਈ ਪ੍ਰੀਖਿਆ ਪਾਸ ਨਹੀਂ ਕੀਤੀ ਜਾ ਰਹੀ, ਤਾਂ ਕਾਰਨ ਇਹ ਹੁੰਦਾ ਹੈ ਕਿ ਅਸੀਂ ਉਸ ਸਮੱਸਿਆ ਜਾਂ ਵਿਸ਼ੇ ਵੱਲ ਯੋਗ ਧਿਆਨ ਨਹੀਂ ਦੇ ਰਹੇ। ਸਾਡੀਆਂ ਉਹੀ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ ਜਿਨ੍ਹਾਂ ਦੇ ਹੱਲ ਦੂਜਿਆਂ ਉੱਤੇ ਨਿਰਭਰ ਕਰਦੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੇਵਲ ਇਕਾਗਰਤਾ ਜਾਂ ਇਕੱਲੀ ਤਾਕਤ ਕਿਸੇ ਲੇਖੇ ਨਹੀਂ ਲੱਗਦੀ। ਦਿਸ਼ਾ ਤੇ ਉਦੇਸ਼ ਹੀ ਉਸ ਨੂੰ ਸਫਲਤਾ ਜਾਂ ਅਸਫਲਤਾ ਦੇ ਰਾਹ ਪਾਉਂਦੇ ਹਨ। ਲਾਪਰਵਾਹੀ ਨਾਲ ਸੁੱਟੇ ਹੋਏ ਬੀਜ ਭਰਵੀਂ ਫਸਲ ਨਹੀਂ ਦਿੰਦੇ। ਲਾਪਰਵਾਹੀ ਨਾਲ ਕੀਤੇ ਯਤਨ ਸਫਲਤਾ ਨਹੀਂ ਸਿਰਜਦੇ। ਵੇਖਿਆ ਗਿਆ ਹੈ ਕਿ ਜਿਨ੍ਹਾਂ ਕੋਲ ਕੁਝ ਨਹੀਂ ਹੁੰਦਾ ਉਹ ਸਭ ਤੋਂ ਵੱਧ ਆਕੜਦੇ ਹਨ। ਹਰ ਕੰਮ ਵਿੱਚ ਸਹਾਰਾ ਲੱਭਣ ਦੀ ਬਿਰਤੀ ਵੀ ਸਾਨੂੰ ਇਕਾਗਰ ਚਿੱਤ ਨਹੀਂ ਹੋਣ ਦਿੰਦੀ। ਤੁਹਾਡੇ ਯਤਨਾਂ ਦੀ ਪੱਧਰ ਹੀ ਤੁਹਾਡੇ ਨਿਸ਼ਾਨੇ ਦੇ ਮਹੱਤਵ ਨੂੰ ਵਧਾਏ ਘਟਾਏਗੀ। ਸਾਰੀਆਂ ਵਿਰੋਧਤਾਵਾਂ ਦੇ ਬਾਵਜੂਦ ਸਰਬਸੰਮਤੀ ਨੂੰ ਉਸਾਰਨਾ ਇਕਾਗਰ ਮਨ ਦੀ ਪਛਾਣ ਹੁੰਦੀ ਹੈ। ਵੇਖਿਆ ਗਿਆ ਹੈ ਕਿ ਬੇਇੱਜ਼ਤੀ ਅਕਸਰ ਸਾਡੀ ਇਕਾਗਰਤਾ ਨੂੰ ਤੋੜ ਦਿੰਦੀ ਹੈ। ਅਜਿਹੀ ਇਕਾਗਰਤਾ ਨਹੀਂ ਹੁੰਦੀ, ਇਕਾਗਰਤਾ ਦਾ ਭਰਮ ਹੁੰਦੀ ਹੈ। ਜਿਹੜਾ ਆਦਮੀ ਤੁਹਾਨੂੰ ਗਾਲ ਕੱਢਦਾ ਹੈ ਉਹਦੀ ਆਪਣੀ ਕੋਈ ਮਜਬੂਰੀ ਹੋਏਗੀ। ਅਜਿਹੀ ਅਵਸਥਾ ਵਿੱਚ ਇਕਾਗਰ ਚਿੱਤ ਵਿਅਕਤੀ ਉੱਤਰ ਦੇਵੇਗਾ, ਇਸ ਵੇਲੇ ਤਾਂ ਮੈਂ ਜਲਦੀ 'ਚ ਹਾਂ, ਜਦੋਂ ਵੇਲ ਮਿਲੀ ਉਦੋਂ ਆ ਕੇ ਗੁੱਸਾ ਕਰ ਲਾਂਗਾ। ਅਸੀਂ ਸੋਚਦੇ ਤਾਂ ਚੰਗਾ ਹਾਂ, ਪਰ ਉਸ ਸੋਚ ਨੂੰ ਅਮਲ 'ਚ ਲਿਆਉਣ ਵੇਲੇ ਹੀ ਗੜਬੜ ਹੋ ਜਾਂਦੀ ਹੈ। ਚੋਰ ਵੀ ਅਨੇਕਾਂ ਵਾਰ ਦਾਨ ਕਰਨ ਬਾਰੇ ਸੋਚਦਾ ਹੈ। ਨਿਰਸੰਦੇਹ ਸੋਚ ਦੀ ਇਕਾਗਰਤਾ ਨਾਲੋਂ ਅਮਲ ਦੀ ਇਕਾਗਰਤਾ ਵਧੇਰੇ ਦ੍ਰਿੜਤਾ ਦੀ ਮੰਗ ਕਰਦੀ ਹੈ। ਸੁੱਖ ਸਦਾ ਹੀ ਇਕਾਗਰ ਸੋਚ ਤੋਂ ਉਪਜੇ ਉਸਾਰੂ ਕਾਰਜ ਦਾ ਫਲ ਹੁੰਦਾ ਹੈ। ਮਾੜੇ ਕੰਮਾਂ ਨਾਲ ਆਰਾਮ ਦੇ ਸਾਧਨ ਤਾਂ ਜੁਟਾਏ ਜਾ ਸਕਦੇ ਹਨ, ਪਰ ਸੁੱਖ ਦੇ ਸਾਧਨ ਚੰਗੇ ਕਾਰਜਾਂ ਨਾਲ ਹੀ ਸੰਭਵ ਹੋਣਗੇ। ਇਕਾਗਰਤਾ ਤੋਂ ਸਖਣੇ ਮਨੁੱਖ ਦਾ ਵਿਹਾਰ ਉਸ ਬੰਦੇ ਵਾਲਾ ਹੁੰਦਾ ਹੈ ਜਿਹੜਾ ਸਾਰੀਆਂ ਦਿਸ਼ਾਵਾਂ ਵਿੱਚ ਦੌੜ ਰਿਹਾ ਹੋਵੇ। ਜੇ ਤੁਸੀਂ ਭਟਕਣਾ ਚਾਹੋ ਤਾਂ ਭਟਕਣ ਦਾ ਕੋਈ ਅੰਤ ਨਹੀਂ ਹੈ। ਜਨਮਾਂ ਜਨਮਾਂ ਤੱਕ ਭਟਕ ਸਕਦੇ ਹੋ। ਇਕਾਗਰਤਾ ਸਾਨੂੰ ਅੰਦਰੋਂ ਡੂੰਘਾ ਤੇ ਵਿਸ਼ਾਲ ਕਰਦੀ ਹੈ। ਕੁਦਰਤ ਕੁਝ ਵੀ ਲਾਪਰਵਾਹੀ ਨਾਲ ਨਹੀਂ ਕਰਦੀ। ਹਰ ਫੁੱਲ ਉੱਤੇ ਕੁਦਰਤ ਦਾ ਸਾਰਾ ਧਿਆਨ ਕੇਂਦਰਿਤ ਹੁੰਦਾ ਹੈ। ਭਟਕਣ ਤੋਂ ਮੁਕਤੀ ਇਕਾਗਰ ਮਨ ਦਾ ਲੱਛਣ ਹੁੰਦੀ ਹੈ। ਵੇਖਿਆ ਗਿਆ ਕਿ ਬਹਿਸ ਨਾਲੋਂ ਸਹਿਮਤੀ ਦੇ ਨਤੀਜੇ ਚੰਗੇ ਹੁੰਦੇ ਹਨ।
ਪਿਆਰ ਵਿੱਚ ਪ੍ਰੇਮੀ ਤੇ ਪ੍ਰੇਮਿਕਾ ਇੱਕ ਦੂਜੇ ਨੂੰ ਸਵਾਲ ਹੀ ਉਹ ਪੁੱਛਦੇ ਹਨ ਜਿਨ੍ਹਾਂ ਦੇ ਜਵਾਬ ਹਾਂ ਪੱਖ ਵਿੱਚ ਹੋਣ। ਪਿਆਰ ਦਾ ਅਨੁਭਵ ਸਾਡੇ ਮਨ ਨੂੰ ਇਕਾਗਰ ਕਰ ਦਿੰਦਾ ਹੈ। ਮੇਰੇ ਇੱਕ ਮਿੱਤਰ ਹਨ, ਉਹਨਾਂ ਨੂੰ ਹੁਣੇ ਪ੍ਰੇਮ ਦਾ ਪਹਿਲਾ ਅਨੁਭਵ ਹੋਇਆ। ਉਹ ਕਹਿੰਦੇ ਹਨ ਕਿ ਹੁਣ ਅਸਮਾਨ ਵਧੇਰੇ ਨੀਲਾ ਹੁੰਦਾ ਹੈ। ਉਹ ਸੰਗੀਤ ਸਿੱਖਣ ਲੱਗ ਪਏ ਹਨ। ਉਹਨਾਂ ਦੀਆਂ ਅੱਡੀਆਂ ਵਿੱਚ ਨਾਚ ਪੈਦਾ ਹੋ ਗਿਆ ਹੈ। ਉਹਨਾਂ ਦੇ ਹੱਥ ਹੁਣ ਤਾਲ ਵਿੱਚ ਹਿਲਦੇ ਹਨ। ਜੇ ਮੈਂ ਪੁੱਛਾਂ ਤਾਂ ਆਪਣਾ ਤਾਂ ਸ਼ਾਇਦ ਉਹ ਨਾਂ ਵੀ ਨਾ ਦੱਸ ਸਕਣ। ਉਹ ਹਰ ਵੇਲੇ ਉਸੇ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਉਹ ਪੁੱਛਦੇ ਹਨ, ਮੇਰਾ ਇਹ ਪਿਆਰ ਇਵੇਂ ਹੀ ਰਹੇਗਾ ਨਾ? ਉਹਨਾਂ ਨੂੰ ਮੈਂ ਦੱਸਦਾ, ਜੇ ਹੁਣ ਵਾਲੀ ਤੁਹਾਡੀ ਹਾਲਤ ਨਿਰੰਤਰ ਬਣੀ ਰਹੀ ਤਾਂ ਨਾ ਹੀ ਕੇਵਲ ਇਵੇਂ ਹੀ ਰਹੇਗਾ, ਸਗੋਂ ਹੋਰ ਡੂੰਘਾ ਤੇ ਵਿਸ਼ਾਲ ਵੀ ਹੋਏਗਾ। ਉਹ ਪੁੱਛਦੇ ਹਨ, ਮੇਰੀ ਹੁਣ ਵਾਲੀ ਹਾਲਤ ਵਿੱਚ ਕੀ ਅਜੀਬ ਹੈ? ਮੇਰਾ ਉੱਤਰ ਹੁੰਦਾ ਹੈ, ਇਸ ਵੇਲੇ ਤੁਸੀਂ ਆਪਣੇ ਆਪ ਨੂੰ ਭੁੱਲੇ ਹੋਏ ਹੋ। ਤੁਹਾਡੇ ਵਿੱਚ ਕੇਵਲ ਉਸ ਨੂੰ ਹੀ ਵੇਖਣ ਦੀ ਚਾਹ ਹੈ। ਸੱਜੇ ਖੱਬੇ ਤੁਹਾਡਾ ਧਿਆਨ ਨਹੀਂ ਜਾਂਦਾ। ਤੁਸੀਂ ਸਭ ਪ੍ਰਕਾਰ ਦੇ ਸੁਆਰਥ ਤੋਂ ਮੁਕਤ ਹੋ। ਤੁਹਾਡੇ ਵਿੱਚ ਤਿਆਗ ਦਾ ਉਤਸ਼ਾਹ ਹੈ। ਉਸ ਦੇ ਹਰ ਕੰਮ ਆਉਣ ਦੀ ਬੇਬਲਤਾ ਹੈ। ਉਸ ਦੀ ਹਰ ਚੀਜ਼ ਨੂੰ ਅਪਣਾਉਣ ਤੇ ਉਸ ਦੀ ਹਰ ਗਲਤੀ ਨੂੰ ਭੁੱਲ ਜਾਣ ਦੀ ਅਮੀਰੀ ਹੈ। ਇਸ ਵੇਲੇ ਤੁਹਾਡਾ ਮਨ ਇਕਾਗਰ ਹੈ। ਰੱਬ ਦੇ ਦੀਦਾਰ ਇਹਨਾਂ ਘੜੀਆਂ ਵਿੱਚ ਹੀ ਹੁੰਦੇ ਹਨ। ਇਹਨਾਂ ਘੜੀਆਂ ਵਿੱਚ ਹੀ ਅਸੀਂ ਡੂੰਘੀਆਂ ਤੋਂ ਡੂੰਘੀਆਂ ਸਿਖਰਾਂ ਦੇ ਸਨਮੁਖ ਹੁੰਦੇ ਹਾਂ। ਇਹਨਾਂ ਘੜੀਆਂ ਵਿੱਚ ਹੀ ਅਸੀਂ ਅਸੰਭਵ ਨੂੰ ਸੰਭਵ ਕਰ ਵਿਖਾਉਂਦੇ ਹਾਂ। ਇਹਨਾਂ ਘੜੀਆਂ ਵਿੱਚ ਹੀ ਅਸੀਂ ਬੀਜ ਤੋਂ ਦਰਖਤ ਹੋ ਨਿਬੜਦੇ ਹਾਂ। ਧੰਨਵਾਦ।